ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਸਿੰਘ ਥਿੰਦ ਹੋਣਾ ਦੇ ਨਾਲ। ਅਸੀਂ ਅਕਸਰ 2 ਹਫ਼ਤੇ ਬਾਅਦ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜੀ ਵੀ ਇੰਸ਼ੋਰੈਂਸ ਦੇ ਵਿੱਚ ਅਪਡੇਟ ਹੁੰਦੀ ਹੈ, ਕੋਈ ਨਵੀਂ ਤਾਜ਼ ਹੁੰਦੀ ਹੈ, ਉਹ ਸਾਂਝੀ ਕਰਦੇ ਹਾਂ। ਤੁਹਾਡੇ ਜਿਹੜੇ ਸਵਾਲ ਹੁੰਦੇ ਆ ਪਹਿਲੇ ਪ੍ਰੋਗਰਾਮ ਦੇ, ਉਹਨਾਂ ਦੇ ਜਵਾਬ ਇਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੀ ਵਾਰ ਅਸੀਂ ਇੰਟਰਨੈਸ਼ਨਲ ਟਰੈਵਲਰ, ਖਾਸ ਕਰ ਜਿਹੜੇ ਸੁਪਰ ਵੀਜ਼ਾ ਦੇ ਉੱਤੇ ਜਾਂ ਵਿਜ਼ਿਟਰ ਵੀਜ਼ਾ ਦੇ ਉੱਤੇ ਆਉਂਦੇ ਆ, ਉਹਨਾਂ ਬਾਰੇ ਗੱਲਬਾਤ ਕੀਤੀ ਸੀ। ਬਹੁਤ ਸਾਰੇ ਸਵਾਲ ਸੀਗੇ ਤੁਹਾਡੇ, ਉਹਨਾਂ ਦੇ ਅੱਜ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਦੂਜਾ, ਅੱਜ ਅਸੀਂ ਖਾਸ ਗੱਲਬਾਤ ਕਰਨੀ ਹੈ ਕਿ ਕਈ ਵਾਰੀ ਸਾਡੇ ਜਨਰਲ ਸਵਾਲ ਹੁੰਦੇ ਆ ਬਹੁਤ ਸਾਰੇ ਇੰਸ਼ੋਰੈਂਸ ਸੰਬੰਧੀ। ਜਿੱਦਾਂ ਸਾਡਾ ਸਵਾਲ ਹੁੰਦਾ ਕਿ ਕਿਹੜੀ ਕੰਪਨੀ ਚੰਗੀ ਹੈ, ਕਿਹੜੀ ਕੰਪਨੀ ਤੋਂ ਇੰਸ਼ੋਰੈਂਸ ਕਰਵਾਇਆ ਜਾਵੇ। ਕੀ ਸਾਨੂੰ ਪਤਾ ਹੁੰਦਾ ਕਿ ਇੰਸ਼ੋਰੈਂਸ ਕਿਸ ਕੰਪਨੀ ਦਾ ਹੈ, ਜਾਂ ਅਸੀਂ ਜਦੋਂ ਕਿਸੇ ਏਜੰਟ ਕੋਲੇ ਜਾਂਦੇ ਹਾਂ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਇੰਸ਼ੋਰੈਂਸ ਚਾਹੀਦਾ, ਉਹ ਕਿਹੜੀ ਕੰਪਨੀ ਕੋਲੋਂ ਇੰਸ਼ੋਰੈਂਸ ਲੈ ਕੇ ਦਿੰਦੇ ਆ, ਕਿਹੜੀ ਕੰਪਨੀ ਲੈਣੀ ਚਾਹੀਦੀ ਹੈ। ਦੂਜਾ, ਸਾਡੇ ਕੋਲੇ ਇਹ ਸਵਾਲ ਹੁੰਦਾ ਕਿ ਇਹ ਕਿਹੜੀ ਕੰਪਨੀ ਚੰਗੀ ਆ, ਜਾਂ ਇੱਕ ਹੋਰ ਡਰ ਹੁੰਦਾ ਕਿ ਕੰਪਨੀ ਭੱਜ ਨਾ ਜਾਵੇ। ਅਸੀਂ 15-20 ਸਾਲ ਦਾ ਇੱਕ ਪਲਾਨ ਲੈ ਰਹੇ ਹਾਂ, ਉਹਦੇ ਵਿੱਚ ਕੰਪਨੀ ਨਹੀਂ ਰਹਿੰਦੀ, ਤਾਂ ਫਿਰ ਤੁਸੀਂ ਕੀ ਕਰ ਸਕਦੇ ਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਇੰਸ਼ੋਰੈਂਸ ਸੰਬੰਧੀ। ਕਿਸ ਕਿਸਮ ਦਾ ਇੰਸ਼ੋਰੈਂਸ ਹੋਣਾ ਚਾਹੀਦਾ, ਇਹ ਜ਼ਰੂਰੀ ਕਿਉਂ ਆ, ਇਹ ਅੱਜ ਉਹਨਾਂ ਦੇ ਨਾਲ ਕੁਝ ਸਵਾਲ ਅਸੀਂ ਸਾਂਝੇ ਕਰਨੇ ਆ। ਫੇਸਬੁੱਕ ਦੇ ਉੱਤੇ ਅਸੀਂ ਲਾਈਵ ਹਾਂ ਇਸ ਵੇਲੇ। ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਥੱਲੇ ਲਿਖ ਸਕਦੇ ਹੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਅੱਜ ਜਾਂ ਅਗਲੀ ਵਾਰੀ ਉਹਨਾਂ ਦੇ ਜਵਾਬ ਦੇਣ ਦੀ, ਪਰਮਿੰਦਰ ਸਿੰਘ ਥਿੰਦ ਹੋਣਾ ਦਾ ਜਵਾਬ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਥਿੰਦ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਅਤੇ ਸਾਰੇ ਦੇਖਣ ਵਾਲਾ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਦੱਸਿਓ ਕੋਈ ਅਪਡੇਟ, ਕੋਈ ਨਵੀਂ ਤਾਜ਼ੀ ਇਸ ਵੇਲੇ ਇੰਸ਼ੋਰੈਂਸ ਦੇ ਵਿੱਚ ਕੀ ਹੈਗਾ ਜੀ। ਹਾਂਜੀ, ਦੇਖੋ, ਇੰਸ਼ੋਰੈਂਸ ਇੰਡਸਟਰੀ 'ਚ ਨਵੀਂ ਹਮੇਸ਼ਾ ਹੀ ਕੁਛ ਨਾ ਕੁਛ ਚੱਲਦਾ ਰਹਿੰਦਾ, ਕਿਉਂਕਿ ਨਵੇਂ ਪ੍ਰੋਡਕਟਸ ਆਉਂਦੇ ਨੇ, ਕੰਪਨੀਆਂ ਲਾਂਚ ਕਰਦੀਆਂ ਨੇ। ਲਾਂਚ ਤੋਂ ਬਾਅਦ ਇਹ ਵੀ ਕੋਈ ਨਾ, ਜਿੱਦਾਂ ਇਹ ਵੀ ਬਿਜ਼ਨਸ ਹੈ, ਬਿਜ਼ਨਸ ਉਹ ਵੀ ਕਹਿੰਦੇ ਕਿੱਦਾਂ ਅਸੀਂ ਅਟਰੈਕਟਿਵ ਕਰੀਏ ਕਲਾਇੰਟ, ਅਸੀਂ ਲੈ ਕੇ ਆਉਣ ਵਾਸਤੇ ਆਪਦੇ ਜਿਹੜੇ ਵੀ ਪ੍ਰੋਡਕਟਸ ਨੇ ਉਹਨੂੰ ਸੁਧਾਰ ਕਰਦੇ ਨੇ। ਸੁਧਾਰ ਕਰਕੇ ਜਾਂ ਪ੍ਰਾਈਸ ਘਟਦੀ ਹੈ। ਹੁਣ ਕਈਆਂ ਕੰਪਨੀ ਨੇ ਆਪਦੀ ਜਿਹੜੀ ਟਰਮ ਇੰਸ਼ੋਰੈਂਸ ਹੈ ਉਹਦੀ ਪ੍ਰਾਈਸ ਘਟਾਈ ਹੈ ਲੇਟਲੀ। ਇਹ ਹੈ ਵੀ ਜੇ ਹੁਣ ਦਾ ਇਹ ਹੈ ਵੀ ਜੇ ਇੰਸ਼ੋਰੈਂਸ ਕੰਪਨੀ ਹੈ ਵੀ ਜੇ ਹੁਣ ਐਗਜ਼ਾਮਪਲ 3 ਕੰਪਨੀਆਂ ਨੇ, ਇੱਕ ਕੰਪਨੀ ਕਹਿੰਦੀ $1 ਅਸੀਂ ਸਾਰਿਆਂ ਨੂੰ ਘਟਾ ਦੇਣਾ, ਅਸੀਂ ਨੰਬਰ 1 'ਤੇ ਆ ਜਾਵਾਂਗੇ। ਹੁਣ ਉਹ ਜਿਹੜੀ ਰੇਸ ਹੈਗੀ ਹੈ ਉਹ ਬਿਲਕੁਲ ਕੰਪਨੀਆਂ ਚੱਲ ਰਹੀਆਂ। ਹਰੇਕ ਬੰਦਾ ਬਿਜ਼ਨਸ ਚਾਹੁੰਦਾ, ਹਰੇਕ ਕੰਪਨੀ ਬਿਜ਼ਨਸ ਚਾਹੁੰਦੀ ਹੈ। ਇਸ ਕਰਕੇ ਇਹ ਨਹੀਂ ਵੀ ਚੀਜ਼ ਸਸਤੀ ਉਹ ਮਾੜੀ ਹੈ ਅਤੇ ਮਹਿੰਗੀ ਵਾਲੀ ਚੰਗੀ ਹੈ। ਇਸ ਕਰਕੇ ਇਹ ਇੰਡਸਟਰੀ ਦੇ ਵਿੱਚ ਚੱਲ ਰਿਹਾ ਜੀ, ਬਿਲਕੁਲ ਨਵਾਂ। ਹੁਣ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਜਿਹੜੀ ਵੀ ਚੀਜ਼ ਸਾਨੂੰ ਚਾਹੀਦੀ ਆਪਾਂ ਲੈ ਸਕਦੇ ਹਾਂ ਜੀ। ਇਹ ਕੰਪਨੀ ਕਿਹੜੀ ਚੰਗੀ ਜਾਂ ਮਾੜੀ ਹੁੰਦੀ ਹੈ, ਇਹਦੇ ਬਾਰੇ ਸਾਨੂੰ ਦੱਸੋ ਜੀ। ਬਹੁਤ ਸਾਰੇ ਸਵਾਲ ਹੁੰਦੇ ਕਈ ਵਾਰੀ। ਮੈਂ ਤਾਂ ਕਹਿੰਦਾ ਵੀ ਜਿੱਦਾਂ ਕੋਈ ਇਨਸਾਨ ਮਾੜਾ ਨਹੀਂ ਜੀ, ਸਾਰੇ ਹੀ ਚੰਗੇ ਨੇ, ਉੱਦਾਂ ਹੀ ਜਿਹੜੀ ਕੰਪਨੀ ਨੇ ਸਾਰੀਆਂ ਹੀ ਚੰਗੀਆਂ ਨੇ। ਇਹ ਨਹੀਂ ਕਹਿ ਸਕਦੇ ਵੀ ਇੱਕ ਕੰਪਨੀ ਮਾੜੀ ਹੈ ਚੰਗੀ ਹੈ, ਕਿਉਂਕਿ ਹਰੇਕ ਕੰਪਨੀ ਦੀ ਆਪਦੀ ਸਟਰੈਂਥ ਆ ਜੀ। ਜਿੱਦਾਂ ਕੋਈ ਇਨਸਾਨ ਉਹਦੀ ਆਪਦੀ ਸਟਰੈਂਥ ਆ, ਉੱਦਾਂ ਹੀ ਜਿਹੜੀਆਂ ਕੰਪਨੀਜ਼ ਉਹਨਾਂ ਦੀ ਸਟਰੈਂਥ ਆ। ਕੋਈ ਪ੍ਰੋਡਕਟ ਉਹਨਾਂ ਦੇ ਬਹੁਤ ਵਧੀਆ ਨੇ, ਕੋਈ ਪ੍ਰੋਡਕਟ ਉਹਨਾਂ ਦੇ ਇੰਨਾ ਪਾਪੂਲਰ ਨਹੀਂ ਹੈਗੇ। ਹੁਣ ਫਿਰ ਅਸੀਂ ਡਿਪੈਂਡ ਕਰਨਾ ਵੀ, ਕਿਉਂਕਿ ਜਦੋਂ ਇੰਸ਼ੋਰੈਂਸ ਲੈਣ ਜਾਂਦੇ ਹਾਂ, ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ, ਅਸੀਂ ਪਰਿਵਾਰਾਂ ਨੂੰ ਮਿਲਦੇ ਹਾਂ, ਪਹਿਲਾਂ ਤਾਂ ਉਹਨਾਂ ਬਾਰੇ ਜਾਣਦੇ ਹਾਂ, ਫਿਰ ਉਸ ਤੋਂ ਬਾਅਦ ਦੇਖਦੇ ਹਾਂ ਵੀ ਸਹੀ ਹੁਣ ਜਿਹੜੀ ਚੀਜ਼ ਚਾਹੀਦੀ ਹੈ ਸਾਨੂੰ ਕਿੱਥੋਂ ਮਿਲ ਰਹੀ ਹੈ। ਹੁਣ ਇਹ ਨਹੀਂ ਹੈਗਾ ਵੀ ਇੱਕੋ ਹੀ ਕੰਪਨੀ ਨਾਲ ਜਿਹੜੀ ਹੈਗੀ ਹੈ ਉਹੀ ਕੰਪਨੀ ਸਾਰਾ ਕੁਝ ਵਧੀਆ ਕਰਦੀ ਹੈ, ਨਹੀਂ। ਕਈ ਕੰਪਨੀ, ਐਗਜ਼ਾਮਪਲ ਜੇ ਆਪਾਂ ਗੱਲ ਕਰਦੇ ਹਾਂ, ਸਾਰੀਆਂ ਕੰਪਨੀ ਡਿਸੇਬਿਲਿਟੀ ਨਹੀਂ ਕਰਦੀਆਂ। ਅੱਛਾ ਜੀ, ਠੀਕ ਹੈ। ਸਾਰੀਆਂ ਕੰਪਨੀ ਟਰੈਵਲ ਇੰਸ਼ੋਰੈਂਸ ਨਹੀਂ ਕਰਦੀਆਂ, ਠੀਕ ਹੈ। ਹੁਣ ਇਹਦਾ ਮਤਲਬ ਇਹ ਨਹੀਂ ਵੀ ਜਿਹੜੀਆਂ ਸਾਰੀਆਂ ਨਹੀਂ ਕਰਦੀਆਂ ਉਹ ਮਾੜੀ, ਬਾਕੀ ਕੰਪਨੀ ਮਾੜੀਆਂ ਹੋ ਗਈਆਂ। ਪਰ ਹਾਂ, ਫਿਰ ਡਿਪੈਂਡ ਕਰਦਾ ਵੀ ਜਿਹੜੀ ਚੀਜ਼ ਸਾਨੂੰ ਜਿੱਥੋਂ ਮਿਲਦੀ ਹੈ, ਵਧੀਆ ਮਿਲਦੀ ਹੈ, ਕਵਰੇਜ ਵਧੀਆ ਮਿਲਦੀ ਹੈ, ਰੇਟ ਵਧੀਆ ਮਿਲਦਾ, ਸੀ ਉਸ ਕੰਪਨੀ ਤੋਂ ਉਹ ਚੀਜ਼ ਲੈ ਲਈ। ਹੁਣ ਭਾਵੇਂ ਐਗਜ਼ਾਮਪਲ ਹੁਣ ਮੈਨੂਲਾਈਫ ਕੈਨੇਡਾ ਦੀ ਸਾਰਿਆਂ ਨਾਲੋਂ ਵੱਡੀ ਕੰਪਨੀ ਹੈ, ਠੀਕ ਹੈ। ਉਹ ਮੋਸਟਲੀ ਸਾਰਾ ਕੁਛ ਹੀ ਕਰਦੇ ਨੇ। ਉਹਨਾਂ ਦੇ ਕਈ ਪ੍ਰੋਡਕਟ ਨੇ ਬਹੁਤ ਵਧੀਆ ਨੇ, ਕਈ ਪ੍ਰੋਡਕਟ ਉਹ ਸਾਨੂੰ ਕਿਤੋਂ ਹੋਰ ਵੀ ਵਧੀਆ ਮਿਲ ਸਕਦੇ ਨੇ। ਹੁਣ ਇਹਦਾ ਮਤਲਬ ਇਹ ਨਹੀਂ ਮੈਨੂਲਾਈਫ ਮਾੜੀ ਹੋ ਗਈ ਕਿਉਂਕਿ ਦੂਜੀ। ਫਿਰ ਉਸ ਤੋਂ ਬਾਅਦ ਜਿਹੜੀ ਚੀਜ਼ ਲਈ ਹੋਈ ਹੈ ਉਹ ਸਾਡੇ ਵਾਸਤੇ ਢੁੱਕਵੀਂ ਹੈਗੀ ਹੈ ਕਿ ਨਹੀਂ ਹੈਗੀ, ਫਿਰ ਆਹ ਦੇਖਣ ਵਾਲੀ ਚੀਜ਼ ਹੈ। ਫਿਰ ਕਈ ਵਾਰੀ ਆਪਾਂ ਕੰਪਨੀ ਨੂੰ ਕਹਿੰਦੇ ਕੰਪਨੀ ਮਾੜੀ ਸੀ, ਕੰਪਨੀ ਨਹੀਂ ਮਾੜੀ ਹੁੰਦੀ, ਬਿਕੋਜ਼ ਜਿਹੜੀ ਸਾਡੀ ਚੋਣ ਸੀਗੀ ਉਹ ਚੀਜ਼ ਨੂੰ ਚਲਾਉਣ ਖਾਤਰ, ਲੈਣ ਖਾਤਰ, ਉਹ ਸਾਡੀ ਚੋਣ ਸਾਡੀ ਸਹੀ ਨਹੀਂ ਹੋਈ। ਜਦੋਂ ਅਸੀਂ ਚੀਜ਼ ਲਈ ਹੈ ਜਾਂ ਸਾਨੂੰ ਉਸ ਚੀਜ਼ ਬਾਰੇ ਪਤਾ ਨਹੀਂ ਲੱਗਿਆ, ਜਾਂ ਸਾਨੂੰ ਉਸ ਬਾਰੇ ਬਾਹਲੀ ਨੌਲੇਜ ਨਹੀਂ ਹੋਈ, ਵੀ ਸਾਨੂੰ ਇਹ ਨਹੀਂ ਪਤਾ ਲੱਗਿਆ ਵਾਕਈ ਸਾਡੇ ਢੁੱਕਵੀਂ ਹੈ। ਉਸ ਤੋਂ ਬਾਅਦ ਵੀ 10-15 ਸਾਲਾਂ ਬਾਅਦ ਪੈਸੇ ਭਰਨ ਤੋਂ ਬਾਅਦ ਆਪਾਂ ਕਈ ਵਾਰੀ ਕਹਿੰਦੇ ਵੀ ਅਸੀਂ ਪੈਸੇ ਦੇਈ ਜਾਂਦੇ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਪੈਸੇ ਸਾਰੀ ਉਮਰ ਦੇਣੇ ਨੇ। ਉਹ ਚੀਜ਼ਾਂ ਕਈ ਵਾਰੀ ਕਈ ਪਾਲਿਸੀ ਹੁੰਦੀਆਂ ਇਨਵੈਸਟਮੈਂਟ ਦੇ ਨਾਲ ਰਿਲੇਟਡ ਹੁੰਦੀਆਂ ਨੇ। ਜਦੋਂ ਇਨਵੈਸਟਮੈਂਟ ਦੇ ਨਾਲ ਰਿਲੇਟਡ ਨੇ, ਫਿਰ ਉਸ ਤੋਂ ਬਾਅਦ ਜਦੋਂ ਮਾਰਕੀਟ ਡਾਊਨ ਹੋ ਗਈ, ਫਿਰ ਆਪਾਂ ਕੰਪਨੀ ਮਾੜੀ ਕਹਿ ਦਿੰਦੇ ਵੀ ਕੰਪਨੀ ਮਾੜੀ ਸੀ। ਪਰ ਨਹੀਂ, ਕੰਪਨੀ ਕਿਉਂਕਿ ਸਾਡੀ ਜਿਹੜੀ ਚੋਣ ਸੀ ਉਸ ਪਾਲਿਸੀ ਲੈਣ ਖਾਤਰ, ਜਾਂ ਸਾਨੂੰ ਪਤਾ ਨਹੀਂ ਸੀ ਵੀ ਇਹਦੇ ਸਾਡੇ ਰਿਸਕ ਹੈਗਾ, ਉਹ ਸਾਰੀਆਂ ਚੀਜ਼ਾਂ ਕਰਕੇ ਸਾਨੂੰ ਫਿਰ ਇਸ਼ੂ ਸਾਨੂੰ ਪਤਾ ਹੋਣਾ ਚਾਹੀਦਾ ਵਾਕਿਆ ਹੀ ਸਾਡੇ ਵਾਸਤੇ 'ਚ। ਫਿਰ ਕੰਪਨੀਆਂ ਮਾੜੀ ਚੀਜ਼ ਵੀ ਚੰਗੀ ਜੇ ਸਾਡੇ ਵਾਸਤੇ ਸਹੀ। ਹੁਣ
ਆਪਾਂ ਮੌਸਮ ਦੀ ਗੱਲ ਕਰਦੇ ਹਾਂ, ਬਾਹਰ ਤਾਂ ਹੁਣ ਗਰਮੀ ਹੈ, ਹੁਣ ਸਾਨੂੰ ਪਤਾ ਵੀ ਹੁਣ ਜੈਕਟ ਤਾਂ ਪੈਣੀ ਨਹੀਂ ਬਾਹਰ, ਹੁਣ ਜੈਕਟ ਸੇਲ ਤੇ ਲੱਗੀ ਤੇ ਆਪਾਂ ਜੈਕਟ ਲੈ ਲਈਏ, ਹੁਣ ਨਾ ਹੁਣ ਪੈਣੀ ਉਹ ਤਾਂ ਵਿੰਟਰ 'ਚ ਹੀ ਪੈਣੀ ਹੈ। ਹੁਣ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਮੌਸਮ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਚੀਜ਼ ਲਈ, ਉਹੀ ਚੀਜ਼ ਵਧੀਆ ਹੈ। ਕੰਪਨੀਆਂ ਭੱਜ ਵੀ ਜਾਂਦੀਆਂ, ਸਾਡੇ ਲੋਕਾਂ 'ਚ ਕਈ ਵਾਰੀ ਡਰ ਹੁੰਦਾ ਵੀ ਕੰਪਨੀ ਭੱਜ ਨਾ ਜਾਵੇ। ਹਾਂਜੀ, ਜਿੱਥੋਂ ਆਪਾਂ ਆਏ ਹਾਂ, ਕਿਉਂਕਿ ਆਪਾਂ ਉੱਥੇ ਦੇਖਿਆ ਵੀ ਜਾਂ ਏਜੰਟ ਭੱਜ ਗਿਆ ਜਾਂ ਕੰਪਨੀ ਭੱਜ ਗਈ, ਕਿ ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ ਜੀ। ਜਿਹੜੀ ਚੀਜ਼ ਤੁਸੀਂ ਗੱਲ ਕਰਦੇ ਕਿ ਮੇਰਾ ਲਾਇਸੈਂਸ ਹੈ, ਲਾਇਸੈਂਸ ਦੇ ਹਿਸਾਬ ਨਾਲ ਹੀ ਜਿਹੜੀ ਜਿਹੜਾ ਮੇਰਾ ਖਿੱਤਾ ਮੈਂ ਉਨੀ ਸਲਾਹ ਦੇ ਸਕਦਾ, ਆਪਦੇ ਖਿੱਤੇ ਤੋਂ ਵੱਧ ਮੈਂ ਸਲਾਹ ਨਹੀਂ ਦੇ ਸਕਦਾ। ਇੱਦਾਂ ਹੀ ਹੁਣ ਕੰਪਨੀਜ਼ ਨੇ, ਜਿਹੜੀਆਂ ਕੰਪਨੀਆਂ ਨੇ, ਕਿਉਂਕਿ ਇਹ ਰੈਗੂਲੇਟਡ ਨੇ, ਇਹ ਨਹੀਂ ਵੀ ਹੈਗਾ ਵੀ ਮੈਂ ਸਵੇਰੇ ਕਹਾਂ ਜੀ ਅਸੀਂ ਇੰਸ਼ੋਰੈਂਸ ਕੰਪਨੀ ਆ ਸਾਡੀ ਇੰਸ਼ੋਰੈਂਸ ਲੈ ਲਓ, ਨਹੀਂ, ਇੱਦਾਂ ਨਹੀਂ ਹੈਗਾ। ਬਿਕੋਜ਼ ਜੇ ਉਹਨਾਂ ਨੇ ਕੋਈ ਪ੍ਰੋਡਕਟ ਦਿੱਤਾ, ਕਿਸੇ ਨੂੰ ਇੰਸ਼ੋਰੈਂਸ ਦਿੱਤੀ ਹੋਈ ਹੈ, ਜੇ ਐਗਜ਼ਾਮਪਲ ਕਿਸੇ ਨੂੰ $3 ਦੀ ਇੰਸ਼ੋਰੈਂਸ ਕੀਤੀ ਹੈ ਅਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਐਟਲੀਸਟ $5 ਚਾਹੀਦੇ ਨੇ, ਇਹ ਨਹੀਂ ਵੀ ਪੈਸੇ ਇਕੱਠੇ ਕਰਕੇ ਦੇ ਦਿਆਂਗੇ। ਐਗਜ਼ਾਮਪਲ ਕਹਿਣ ਦਾ ਭਾਵ ਵੀ ਐਟਲੀਸਟ ਜਿਹੜੀ ਵੀ ਇੰਸ਼ੋਰੈਂਸ ਕੀਤੀ ਹੋਈ ਉਨੀ ਉਹਨਾਂ ਕੋਲ ਐਸਟ ਕੈਸ਼ ਚਾਹੀਦਾ ਆ, ਕਿਉਂਕਿ ਸਾਰਾ ਕੁਝ ਸਰਕਲ ਚੱਲਦਾ ਰਹੇ। ਪਤਾ ਨਹੀਂ ਕਦੋਂ ਪੈਸੇ ਦੀ ਲੋੜ ਪੈਣੀ, ਇਹ ਤਾਂ ਹੈ ਨਹੀਂ ਪੈਸੇ ਇਕੱਠੇ ਕਰਕੇ ਦੇ। ਜਦੋਂ ਕੋਈ ਅਨਨੋਨ ਆ ਜਾਂਦਾ, ਕਿਉਂਕਿ ਹਰੇਕ ਕੁਆਰਟਰ ਕੰਪਨੀ ਦੇ ਰਿਜ਼ਲਟ ਆਉਂਦੇ ਨੇ, ਤੁਸੀਂ ਦੇਖਦੇ ਰਹਿੰਦੇ ਕੰਪਨੀਆਂ ਦਾ ਕੀ ਚੱਲ ਰਿਹਾ, ਕੀ ਕੈਸ਼ ਫਲੋ ਹੈ, ਕਿੰਨਾ ਰਿਸਕ ਹੈ, ਹਰੇਕ ਚੀਜ਼ ਮੋਨੀਟਰਡ ਹੈ। ਉਸ ਤੋਂ ਬਾਅਦ ਉਹਨਾਂ ਕੰਪਨੀ ਵੀ ਅੱਗੇ ਉਹਨਾਂ ਦੀ ਇੰਸ਼ੋਰੈਂਸ ਵੀ ਹੋਈ ਹੁੰਦੀ ਹੈ। ਉਹ ਹੈ ਵੀ ਜੇ ਕੰਪਨੀ ਕੁਝ ਹੋ ਵੀ ਜਾਂਦਾ ਆ ਵੀ ਐਟਲੀਸਟ ਉਹਨਾਂ ਦੀ ਵੀ ਪ੍ਰੋਟੈਕਸ਼ਨ ਹੋਈ ਵੀ ਐਟਲੀਸਟ ਉਹ ਵੀ ਪ੍ਰੋਟੈਕਟਡ ਨੇ ਜਿਨ੍ਹਾਂ ਨੇ ਚੀਜ਼ ਲਈ ਹੋਈ ਹੈ। ਇਹ ਨਹੀਂ ਹੈਗਾ ਜੇ ਆਪਾਂ ਹੁਣ ਬੈਂਕ 'ਚ ਪੈਸੇ ਰੱਖੇ, ਬੈਂਕ ਬੰਦ ਹੋ ਗਿਆ ਤਾਂ ਸਾਡੇ ਸਾਰੇ ਪੈਸੇ ਚਲੇ ਗਏ। ਸੇਮ ਚੀਜ਼ ਇੰਸ਼ੋਰੈਂਸ ਆ, ਸਾਨੂੰ ਇਹ ਨਹੀਂ ਵੀ ਸਾਰਾ ਕੁਝ ਚਲਾ ਗਿਆ। ਉਹਦਾ ਵੀ ਹੈਗਾ ਐਟਲੀਸਟ 80% ਜੇ ਕਿਸੇ ਨੇ ਲਾਈਫ ਇੰਸ਼ੋਰੈਂਸ ਕਰਾਈ, ਕੰਪਨੀ ਬੰਦ ਵੀ ਹੋ ਜਾਵੇ, ਉਹਦੀ 80% ਤੱਕ ਉਹ ਪੈਸੇ ਮਿਲਣੇ ਹੀ ਮਿਲਣੇ ਨੇ। ਇਹ ਨਹੀਂ ਹੈਗਾ ਵੀ ਪੈਸੇ ਨਹੀਂ ਮਿਲਣੇ ਜੇ ਕਿਸੇ ਨੂੰ ਕੁਝ ਹੋ ਜਾਂਦਾ ਤਾਂ। ਇਹ ਤਾਂ ਹੋ ਗਈ ਕੰਪਨੀਆਂ ਦੀ ਗੱਲ। ਉਦੋਂ ਇਲਾਵਾ ਜੇ ਹੁਣ ਆਪਾਂ ਜੇ ਗੱਲ ਕਰਦੇ ਹਾਂ, ਕਈ ਵਾਰੀ ਕੰਪਨੀ ਆਪਸ 'ਚ ਮਿਲ ਕੇ ਵੀ, ਜਿੱਦਾਂ ਹੁਣ ਐਗਜ਼ਾਮਪਲ ਇੱਕ ਕੰਪਨੀ ਸੋਚ ਰਹੇ ਅਸੀਂ ਮੈਨਿਊ ਲਾਈਫ ਦੀ ਗੱਲ ਕੀਤੀ, ਅਸੀਂ ਸੋਚਿਆ ਵੀ ਮੈਨਿਊ ਲਾਈਫ ਤੋਂ ਹੀ ਪ੍ਰੋਡਕਟ ਲੈ ਰਹੇ ਹਾਂ ਜੀ। ਜਦੋਂ ਰਿਸਕ ਜ਼ਿਆਦਾ ਹੋਵੇ ਜਾਂ ਵੱਡੀ ਪਾਲਿਸੀ ਹੋਵੇ, ਬਾਕੀ ਕੰਪਨੀਆਂ ਬੈਕਗਰਾਊਂਡ 'ਚ ਵੀ ਉਹਨੂੰ ਰੀਇੰਸ਼ੋਰੈਂਸ ਕਹਿੰਦੇ ਵੀ ਉਹ ਵੀ ਨਾਲ ਰਲ ਜਾਂਦੀਆਂ ਨੇ। ਆਪ ਜਿੱਦਾਂ ਕੋਈ ਆਪਾਂ ਵੱਡਾ ਘਰ ਲੈਣਾ, ਕੋਈ ਵੱਡਾ ਪ੍ਰੋਜੈਕਟ ਲੈਣਾ, ਉਹ ਕਹਿੰਦਾ ਯਾਰ ਆਪਾਂ ਬਿਜ਼ਨਸ ਤਾਂ ਕਰਨਾ, ਮੇਰੇ ਇਕੱਲੇ ਦੀ ਪਹੁੰਚ ਤੋਂ ਬਾਹਰ ਆ, ਕਿਉਂ ਨਾ ਆਪਾਂ ਦੋਵੇਂ ਰਲ ਕੇ ਇਹ ਚੀਜ਼ ਕਰ ਲਈਏ। ਉੱਦਾਂ ਹੀ ਇੰਸ਼ੋਰੈਂਸ ਕੰਪਨੀਆਂ ਕਰਦੀਆਂ, ਪਰ ਹੁਣ ਇਹ ਵੀ ਇੱਕ ਕੰਪਨੀ ਦਾ ਨਾਮ ਮੂਹਰੇ ਆ, ਦੂਜੀ ਦਾ ਨਹੀਂ ਪਤਾ ਕੌਣ ਹੈਗਾ, ਉਹ ਰਿਸਕ ਉਹਨਾਂ ਨੇ ਅਬਜ਼ੋਰਵ ਕਰ ਲਿਆ। ਇਸ ਕਰਕੇ ਬੜਾ ਸੇਫ ਇੰਡਸਟਰੀ ਹੈਗੀ ਹੈ। ਨਾ ਹੀ ਹੁਣ ਤਾਂ ਕੋਈ ਇੱਥੇ ਕੋਈ ਆਪਣੇ ਕੈਨੇਡਾ 'ਚ ਆਪਾਂ ਗੱਲ ਕਰਦੇ ਹਾਂ, ਕੋਈ ਨਾ ਹੀ ਕੋਈ ਛੇਤੀ ਕਿਤੇ ਕੋਈ ਇੰਸ਼ੋਰੈਂਸ ਕੰਪਨੀ ਬਰੋਕ ਹੋਈ ਹੈ, ਨਾ ਹੀ ਬੰਦ ਹੋਈ ਹੈ, ਨਾ ਹੀ ਭੱਜੀ ਹੈ। ਹਾਂ, ਜਿਹੜਾ ਵੀ ਤੁਸੀਂ ਪ੍ਰੋਡਕਟ ਲੈਣਾ ਆ ਜਾਂ ਸੋਚ ਰਹੇ ਹੋ, ਪਹਿਲਾਂ ਉਹਦੇ ਬਾਰੇ ਪੁੱਛ ਲਓ, ਪੁੱਛ ਪੜਤਾਲ ਕਰੋ। ਹਾਂ, ਵਾਕਿਆ ਜਦੋਂ ਇਨਵੈਸਟਮੈਂਟਾਂ ਦੀ ਗੱਲ ਆਉਂਦੀ ਹੈ, ਕੈਸ਼ ਦੀ ਗੱਲ ਆਉਂਦੀ ਆ, ਉਦੋਂ ਸਾਨੂੰ ਐਂਟੀਨਾ ਸਾਡੇ ਨਿਕਲੇ ਹੋਣੇ ਚਾਹੀਦੇ, ਸਾਨੂੰ ਪਤਾ ਵੀ ਚੀਜ਼ ਗਰੰਟੀ ਕੀ ਹੈਗੀ ਹੈ, ਉਹ ਬਹੁਤ ਜ਼ਰੂਰੀ ਹੈ। ਏਜੰਟ ਦੇ ਉੱਤੇ ਕਿੰਨਾ ਕੁ ਡਿਪੈਂਡ ਕਰਦਾ? ਮੰਨ ਲਓ ਸਾਡਾ ਰਿਸ਼ਤੇਦਾਰ ਸੀ, ਉਹ ਪਹਿਲਾਂ ਇੰਸ਼ੋਰੈਂਸ ਕਰਦਾ ਸੀ, ਉਹਨੇ ਇੰਸ਼ੋਰੈਂਸ ਕਰਤੀ, ਹੁਣ ਉਹ ਕਹਿੰਦਾ ਮੈਂ ਤਾਂ ਰੀਅਲਟਰ ਬਣ ਗਿਆ ਜੀ, ਘਰ ਲੈਣਾ ਤਾਂ ਦੱਸੋ, ਇੰਸ਼ੋਰੈਂਸ ਵਾਲਾ ਕੰਮ ਬਣਦਾ। ਜੇ ਉਹ ਕੰਮ ਛੱਡ ਵੀ ਜਾਵੇ, ਜੋ ਕੁਝ ਮੈਂ ਲਿਆ ਉਹ ਉੱਦਾਂ ਹੀ ਰਹੂਗਾ, ਮੈਂ ਸਿੱਧਾ ਕੰਪਨੀ ਨਾਲ ਡੀਲ ਕਰਨਾ ਜਾਂ ਜਿਹੜਾ ਵਿਚਲਾ ਬੰਦਾ ਉਹਦੇ ਨਾਲ ਵੀ ਸੰਬੰਧ ਹੁੰਦਾ? ਹਾਂਜੀ, ਇਹ ਵੀ ਤੁਹਾਡਾ ਬਹੁਤ ਵਧੀਆ ਕੁਐਸਚਨ ਹੈ। ਜਦੋਂ ਵੀ ਤੁਸੀਂ ਐਡਵਾਈਜ਼ਰ ਦੀ ਚੋਣ ਕਰਨੀ ਹੈ, ਵੀ ਇਹ ਨਹੀਂ ਹੈਗਾ ਵੀ ਇਕੱਲੀ ਆਪਾਂ ਪਾਲਿਸੀ ਵੀ ਲੈਣੀ ਹੈ, ਉਦੋਂ ਬਾਅਦ ਜਿਹੜਾ ਕੰਮ ਬਾਕੀ ਸਰਵਿਸਿਜ਼ ਬਾਅਦ 'ਚ ਵੀ ਹੋਣੀਆਂ ਨੇ ਜਾਂ ਉਹਦੇ ਚੇਂਜਸ ਕਰਨੀਆਂ ਨੇ, ਉਹਨੂੰ ਘਟਾਉਣਾ ਵਧਾਉਣਾ ਆ, ਕਿਉਂਕਿ ਜਿੱਦਾਂ ਜਿੱਦਾਂ ਅਸੀਂ ਗਰੋ ਹੋਈ ਜਾਂਦੇ ਹਾਂ, ਉੱਦਾਂ ਤਾਂ ਸਾਡੀ ਪਾਲਿਸੀ ਵੀ ਨਾਲ ਗਰੋ ਹੋਣੀ ਚਾਹੀਦੀ ਹੈ। ਹੁਣ ਜਿਹੜਾ ਬੰਦਾ ਪਹਿਲੇ ਦਿਨ ਫੁੱਲ ਟਾਈਮ ਹੀ ਨਹੀਂ ਕੰਮ ਕਰਦਾ, ਠੀਕ ਹੈ, ਤੁਹਾਨੂੰ ਬਾਕੀ ਸਾਰੀਆਂ ਕੰਪਨੀਆਂ ਦੀ ਚੋਣ ਬਾਰੇ ਕਿੱਦਾਂ ਹੋਊਗਾ? ਕਈ ਕੰਪਨੀਆਂ ਦਾ ਉਹਨਾਂ ਨੂੰ ਕੋਂਟਰੈਕਟ ਹੀ ਨਹੀਂ ਦਿੰਦੀਆਂ ਜਿਹੜੇ ਤੁਸੀਂ ਫੁੱਲ ਟਾਈਮ ਕੰਮ ਨਹੀਂ ਕਰਦੇ, ਠੀਕ ਹੈ। ਨਾਲੇ ਜਦੋਂ ਮੈਂ ਫੁੱਲ ਟਾਈਮ ਕੰਮ ਨਹੀਂ ਕਰਦਾ, ਜੇ ਮੈਂ ਕਰਦਾ ਨਹੀਂ ਤਾਂ ਮੈਨੂੰ ਆਪਦੇ ਕਲਾਇੰਟ ਨੂੰ ਦੱਸਣਾ ਪੈਣਾ ਜੀ ਮੈਂ ਸਾਈਡ 'ਤੇ ਮੈਂ ਟਰੱਕ ਵੀ ਚਲਾਉਣਾ ਜਾਂ ਟੈਕਸੀ ਚਲਾਉਣਾ ਜਾਂ ਮੈਂ ਅਪਲਾਇੰਸਿਸ ਵੇਚਦਾ ਹਾਂ, ਅਤੇ ਮੈਂ ਲੋਕਾਂ ਨੂੰ ਝੂਠ ਨਾ ਬੋਲਾਂ। ਮੈਂ ਜਦੋਂ ਮੈਂ ਝੂਠ ਬੋਲਦਾ, ਇਹਦਾ ਮਤਲਬ ਵੀ ਮੈਂ ਲਾਇਬਲ ਹਾਂ ਉਸ ਚੀਜ਼ ਵਾਸਤੇ। ਮੈਂ ਡਿਸਕਲੋਜ਼ਰ ਦੇ ਆਪਦੇ ਕਲਾਇੰਟ ਨੂੰ ਕੀ ਦੇ ਰਿਹਾ, ਜੇ ਮੈਂ ਵੇਚਦਾ ਅਪਲਾਇੰਸਿਸ ਆ ਅਤੇ ਮੈਂ ਦੱਸਦਾ ਜੀ ਮੈਂ ਤਾਂ ਫੁੱਲ ਟਾਈਮ ਇਹੀ ਕੰਮ ਕਰਦਾ ਜੀ, ਫਿਰ ਉਹ ਵੀ ਬਿਲਕੁਲ ਬਹੁਤ ਉਹ ਤੁਸੀਂ ਲਾਇਬਲ ਹੋ। ਲਾਇਸੈਂਸ ਦੇ ਨਾਲ ਰੈਗੂਲੇਟਡ ਇੰਡਸਟਰੀ ਹੈਗੀ ਸਾਰੀ ਕੋਈ। ਜਦੋਂ ਤੁਸੀਂ ਲਿਖ ਕੇ ਕਲਾਇੰਟ ਨੂੰ ਸਟੇਟਮੈਂਟ ਦੇ ਰਹੇ ਹੋ ਵੀ ਭਾਈ ਮੇਰੇ ਕੋਲ ਇੱਕ ਹੀ ਕੰਪਨੀ ਹੈ, ਮੈਂ ਫੁੱਲ ਟਾਈਮ ਕੰਮ ਨਹੀਂ ਕਰਦਾ, ਨਾਲ ਮੈਂ ਮੇਰੇ ਕੋਲ ਕੰਪਨੀਆਂ ਹੈਗੀਆਂ ਤਿੰਨ, ਪਰ ਮੈਂ ਨਾਲ ਉੱਦਾਂ ਵੀ ਝੂਠ ਬੋਲੀ ਜਾਂਦਾ, ਵੀ ਝੂਠ ਨਹੀਂ ਤੁਸੀਂ ਬੋਲ ਸਕਦੇ ਕਲਾਇੰਟ ਨੂੰ ਬਿਲਕੁਲ ਵੀ। ਜੇ ਝੂਠ ਬੋਲਿਆ ਨਹੀਂ ਤਾਂ ਤੁਸੀਂ ਆਪਦਾ ਲਾਇਸੈਂਸ ਗਵਾਇਆ ਨਹੀਂ। ਪਰ ਹਾਂ, ਆਪਣਾ ਇਹ ਹੈ ਵੀ ਆਪਣਾ ਸੁਭਾਅ ਹੈ, ਆਪਾਂ ਉਸ ਚੀਜ਼ ਨੂੰ ਪਰਸਿਊ ਨਹੀਂ ਕਰਦੇ। ਤਾਂ ਹੀ ਹੈ ਗੋਰੇ ਕਹਿੰਦੇ ਵੀ ਬਕੋਰੇ ਨੇ, ਜਾਂ ਉਸ ਬਿਲਕੁਲ ਸਹੀ ਹੈ ਵੀ
ਵੀ ਪਿੱਛੇ ਕੋਈ ਗਲਤੀ ਕਰਤੀ ਤੇ ਪਿੱਛੇ ਜਾਂਦਾ ਉਹ ਕਹਿੰਦੇ ਵੀ ਬਿਲਕੁਲ ਜੇ ਤੁਸੀਂ ਕਿਸੇ ਨੂੰ ਕੋਈ ਗਲਤ ਸਲਾਹ ਦਿੱਤੀ ਹੈ ਉਹਦਾ ਹਰਜਾਨਾ ਵੀ ਭਰਨਾ ਪਊਗਾ। ਆਪਣੇ ਕੋਲ ਇੰਨੇ ਰਿਸੋਰਸ ਨਹੀਂ ਹੁੰਦੇ, ਆਪਣੇ ਕੰਮਾਂ ਤੋਂ ਟਾਈਮ ਨਹੀਂ ਹੁੰਦਾ, ਬੰਦਾ ਕਹਿੰਦਾ ਹੁਣ ਕਿੱਥੇ ਜਾ ਕੇ ਸ਼ਿਕਾਇਤ ਕਰੂੰਗਾ, ਕਿੱਥੇ ਜਾ ਕੇ ਇਹਨੂੰ ਮਿਲੂੰਗਾ, ਇਹਨੂੰ ਬਿਲਕੁਲ ਐਡਵਾਈਜ਼ਰ 'ਤੇ ਡਿਪੈਂਡ ਕਰਦਾ ਜੀ। ਐਡਵਾਈਜ਼ਰ 'ਤੇ ਤੁਹਾਡੀ ਉਹਨਾਂ ਦਾ ਐਕਸਪੀਰੀਅੰਸ ਬਹੁਤ ਮੈਟਰ ਕਰਦਾ, ਕਿਉਂਕਿ ਜਿਹੜੀਆਂ ਚੀਜ਼ਾਂ ਕੰਪਨੀਆਂ ਬਾਰੇ ਤੁਹਾਨੂੰ ਪਤਾ ਹੀ ਨਹੀਂ ਉਹ ਜਦੋਂ ਉਹਨਾਂ ਦੇ ਕਲੇਮ ਆਉਣਗੇ, ਕਿਉਂਕਿ ਕਲੇਮ ਵੀ ਹੈਂਡਲ ਹੋਣੇ ਚਾਹੀਦੇ ਨੇ, ਕਿਉਂਕਿ ਕਿੱਦਾਂ ਦਾ ਪ੍ਰੋਸੈਸ ਹੈ ਉਹ ਸਾਰੀਆਂ ਚੀਜ਼ਾਂ ਕੋਈ ਫੁੱਲ ਟਾਈਮ ਹੋਊਗਾ ਤੇ ਕੰਮ ਕਰੂ। ਫਾਰਮ ਕਿੱਦਾਂ ਭਰਨੇ, ਬਾਅਦ 'ਚ ਐਡਰੈਸ ਚੇਂਜ ਕਰਨਾ, ਹੁਣ ਤੁਹਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਕਿਤੇ ਹੋਰ ਜਾਈ ਜਾਂਦੀ ਹੈ, ਤੁਹਾਡਾ ਐਡਰੈਸ ਹੀ ਚੇਂਜ ਅਪਡੇਟ ਨਹੀਂ ਹੋਇਆ, ਨਾ ਤੁਹਾਨੂੰ ਪਤਾ, ਨਾ ਤੁਹਾਨੂੰ ਇਹ ਵੀ ਪਤਾ ਕਿੱਥੇ ਜੋ ਲੋੜ ਪਈ ਚੀਜ਼ ਦੀ, ਨਾ ਅਸੀਂ ਕਿਹਨੂੰ ਜਾ ਕੇ ਦੱਸਾਂ, ਸਾਡੇ ਕੋਲ ਕੋਈ ਪੇਪਰ ਹੀ ਨਹੀਂ ਹੈਗਾ, ਨਾ ਪਾਲਿਸੀ ਨਹੀਂ ਹੈਗੀ, ਅਸੀਂ ਕਿੱਥੇ ਫੋਨ ਕਰਾਂਗੇ। ਹਾਂ ਬਿਲਕੁਲ, ਜੇ ਤੁਹਾਡੇ ਕੋਲ ਪੇਪਰ ਗੁੰਮ ਹੋ ਗਏ ਤੁਸੀਂ ਸਿੱਧਾ ਕੰਪਨੀ ਨੂੰ ਵੀ ਫੋਨ ਕਰ ਸਕਦੇ ਹੋ। ਇਹਦਾ ਮਤਲਬ ਇਹ ਨਹੀਂ ਹੈਗਾ ਐਡਵਾਈਜ਼ਰ ਕੰਮ ਛੱਡ ਗਿਆ ਅਤੇ ਤੁਹਾਡੀ ਪਾਲਿਸੀ ਬੰਦ ਹੋ ਗਈ, ਇੱਦਾਂ ਨਹੀਂ। ਬਿਲਕੁਲ ਤੁਸੀਂ ਕੰਪਨੀ ਨੂੰ ਵੀ ਫੋਨ ਕਰਕੇ ਆਪਦੀ ਇਨਫੋਰਮੇਸ਼ਨ ਅਪਡੇਟ ਕਰਾ ਸਕਦੇ ਹੋ। ਪਰ ਗੱਲ ਤਾਂ ਉਹ ਹੋ ਗਈ ਵੀ ਜਿਹੜਾ ਜਿਹਦਾ ਕੰਮ ਆ ਉਹਨੇ ਹੀ ਕਰਨਾ। ਜੇ ਸਾਰੇ ਕੰਮ ਆਪਾਂ ਆਪ ਹੀ ਕਰਨੇ ਨੇ ਫਿਰ ਐਡਵਾਈਜ਼ਰ ਦੀ ਕੀ ਲੋੜ ਰਹੇਗੀ। ਫਿਰ ਇਹ ਵੀ ਸਾਨੂੰ ਜਿਹੜੀ ਚੋਣ ਕਰਨੀ ਪਾਲਿਸੀ ਦੀ ਉਹ ਵੀ ਜੇ ਆਪ ਹੀ ਕਰ ਲਈ ਤਾਂ ਫਿਰ ਇਸ ਕਰਕੇ ਫਿਰ ਉਸ ਤੋਂ ਬਾਅਦ ਵੀ ਅਸੀਂ ਇਸੇ ਕਰਕੇ ਕਿਸੇ ਪ੍ਰੋਫੈਸ਼ਨਲ ਡੀਲ ਕਰਦੇ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਚੀਜ਼ ਕਿੱਦਾਂ ਵਰਤ ਰਹੇ ਹੋ, ਕੀ ਚੀਜ਼ ਹੈ, ਆਉਣ ਵਾਲੇ ਕੀ ਚੀਜ਼ਾਂ ਨੇ, ਪਰਿਵਾਰ 'ਚ ਐਡੀਸ਼ਨ ਹੁੰਦੀ ਬੈਨੀਫਿਸ਼ਰੀ ਜਾਂ ਕੱਢਣਾ ਹੈ, ਐਡ ਕਰਨਾ, ਉਹ ਬਹੁਤ ਚੀਜ਼ਾਂ ਜ਼ਰੂਰੀ ਨੇ। ਇਹਦਾ ਥਿੰਨ ਸਾਹਿਬ ਪਤਾ ਕਿੱਦਾਂ ਲੱਗੇ ਵੀ ਕਿਹੜੀ ਚੀਜ਼ ਸਾਡੇ ਲਈ ਚੰਗੀ ਆ? ਇੰਸ਼ੋਰੈਂਸ ਦੇ ਵਿੱਚ ਇੰਨੇ ਜ਼ਿਆਦਾ ਇਹਦੇ ਵਿੱਚ ਮਤਲਬ ਗੱਲਬਾਤ ਹੁੰਦੀ ਕਿ ਐਕਸਪਰਟ ਨੂੰ ਹੀ ਪਤਾ ਹੋ ਸਕਦਾ। ਇਹਦਾ ਆਮ ਬੰਦੇ ਨੂੰ, ਸਧਾਰਨ ਵਿਅਕਤੀ ਨੂੰ ਕੁਝ ਪਤਾ ਲੱਗ ਸਕਦਾ? ਮੈਂ ਕੋਈ ਪ੍ਰੋਡਕਟ ਲੈਣਾ ਚਾਹੁੰਦਾ, ਮੈਂ ਕੋਈ ਇੰਸ਼ੋਰੈਂਸ ਲੈਣੀ ਆ, ਉਹਦੇ ਵਿੱਚ ਘੁੰਡੀਆਂ ਕੀ ਹੈ ਵਿਚਲੀਆਂ? ਇਹ ਕੀ ਸਿਰਫ ਉਹਦੀ ਅਸੀਂ ਐਡਵਾਈਜ਼ਰ ਦੇ ਉੱਤੇ ਹੀ ਆ ਵੀ ਉਹ ਕੀ ਕਹਿੰਦਾ ਹੈ, ਜਾਂ ਇਹ ਆਪ ਵੀ ਮੈਨੂੰ ਕੋਈ ਸਮਝ ਸਕਦਾ ਇਸ ਗੱਲ ਨੂੰ? ਦੇਖੋ ਜੀ, ਤੁਸੀਂ ਹੈਰਾਨ ਹੋਵੋਗੇ, ਮੈਂ ਤਾਂ ਜਦ ਦਾ ਕੰਮ ਸ਼ੁਰੂ ਕੀਤਾ ਜੀ, ਜਦੋਂ ਮੈਂ ਕੰਮ ਸ਼ੁਰੂ ਕੀਤਾ ਮੈਂ ਜਿਹਨੂੰ ਪੁੱਛਦਾ ਸੀਗਾ ਇੰਸ਼ੋਰੈਂਸ ਬਾਰੇ, ਜਾਂ ਤਾਂ ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਕੋਲ ਕੀ ਹੈਗਾ, ਜਾਂ ਮੇਰੀ ਕਾਪੀ ਗੁੰਮ ਹੋ ਗਈ, ਜਾਂ ਮੈਨੂੰ ਇਹ ਨਹੀਂ ਪਤਾ ਵੀ ਮੇਰੇ ਹੁਣ ਪੈਸੇ ਜਾਂਦੇ ਨੇ ਕਿੱਦਾਂ ਆਉਣੇ, ਜਾਂ ਮੇਰੇ ਕੋਲ ਹੈਗਾ ਮੈਨੂੰ ਪਤਾ ਨਹੀਂ, ਜਾਂ ਹੈਗੀ ਤਾਂ ਬਹੁਤ ਥੋੜ੍ਹੀ ਹੈ। ਹਰੇਕ ਬੰਦੇ, ਕਿਉਂਕਿ ਇਹ ਅਪਡੇਟ ਰਹਿਣੀ ਚਾਹੀਦੀ ਇਨਫੋਰਮੇਸ਼ਨ। ਆਪਾਂ ਜੋ ਗੱਲ ਅੱਜ ਕੀਤੀ ਹੈ, ਜ਼ਿਆਦਾ ਸਾਨੂੰ 2 ਦਿਨ ਤੋਂ ਬਾਅਦ ਕੁਛ ਨਹੀਂ ਯਾਦ ਰਹਿਣਾ, ਸਾਰਾ ਕੁਝ ਸਫਾਇਆ ਹੋ ਜਾਣਾ। ਹਾਂ, ਇੱਕ ਅੱਧੀ ਗੱਲ ਯਾਦ ਰਹਿ ਜੂ, ਜਦੋਂ ਤੱਕ ਅਸੀਂ ਉਹਨੂੰ ਐਮਫਸਾਈਜ਼ ਨਹੀਂ ਕਰੀ ਜਾਂਦੇ ਵਾਰੀ ਵੀ ਆਹ ਚੀਜ਼ ਇੱਦਾਂ ਕੰਮ ਕਰਦੀ, ਇੱਦਾਂ ਕੰਮ ਕਰਦੀ ਹੈ, ਉਹ ਫਿਰ ਸਾਡੇ ਚੀਜ਼ ਹਿਸਾਬ ਨਾਲ ਸਾਨੂੰ ਯਾਦ ਵੀ ਰਹਿੰਦੀ ਹੈ। ਤੋ ਇਹ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਬਿਲਕੁਲ ਸਿਖਾ ਲਈ ਇੰਸ਼ੋਰੈਂਸ ਆ। ਮੈਂ ਤਾਂ ਹੁਣ ਜਾਨੂੰ ਇਹੀ ਕਹਿਣਾ ਵੀ ਇੰਸ਼ੋਰੈਂਸ ਦਾ ਡਿਸੀਜਨ ਤੁਸੀਂ ਮੇਰੇ ਨਾਲ ਵਧੀਆ ਲੈਣਾ ਹੈ, ਕਿਉਂਕਿ ਮੈਂ ਤੁਹਾਨੂੰ ਦੱਸ ਸਕਦਾ ਇਹ ਚੀਜ਼ਾਂ ਕੰਮ ਕਿੱਦਾਂ ਕਰਦਾ। 4 ਚੀਜ਼ਾਂ ਨੇ, 4 ਚੀਜ਼ਾਂ ਦਾ ਅੱਡ ਤਰੀਕੇ ਨਾਲ ਕੰਮ ਕਰਦੇ। ਲਾਈਫ ਇੰਸ਼ੋਰੈਂਸ ਹੈ, ਉਹ ਤੁਹਾਡਾ ਰਿਸਕ ਕਵਰ ਕਰਦੀ ਹੈ। ਡਿਸੇਬਿਲਿਟੀ ਹੈ, ਤੁਹਾਡਾ ਪੇਚੈਕ ਕਵਰ ਕਰਦੀ ਹੈ। ਬਿਮਾਰੀ ਹੈ, ਕੋਈ ਵੱਡੀ ਬਿਮਾਰੀ ਲੱਗ ਗਈ, ਉਹ ਤੁਹਾਨੂੰ ਟੈਕਸ ਫਰੀ ਪੈਸੇ ਮਿਲ ਜਾਣੇ ਨੇ। ਕੋਈ ਮਨੀ ਇਨਵੈਸਟ ਕਰਨੀ, RRSP 'ਚ TFS ਸਾਨੂੰ ਪਤਾ ਮਨੀ ਇਨਵੈਸਟ ਹੈ, ਉਹ ਸਾਨੂੰ ਕਦੋਂ ਲੋੜ ਹੈ, ਕਿੰਨੀ ਕਰਨੀ ਹੈ, ਸਾਨੂੰ ਪਤਾ ਵੀ ਸੇਫ 'ਚ ਰੱਖਣਾ, ਰਿਸਕ 'ਚ ਰੱਖਣਾ, ਸੌਖਾ ਬਿਲਕੁਲ ਹੀ। ਹੁਣ ਜੇ ਜਿਹੜੀ ਚੀਜ਼ ਦੀ ਲੋੜ ਆ ਅਸੀਂ ਉਹੀ ਚੀਜ਼ ਫੜੀ। ਹੁਣ ਵੀ ਅਸੀਂ ਦੇਖੀ ਜਾਈਏ ਵੀ ਪੈਸੇ ਇੰਨੇ ਜੁੜ ਜਾਣਗੇ, ਇੰਨੇ ਹੋ ਜਾਣਗੇ, ਅਸੀਂ ਤਾਂ ਪੁੱਛਿਆ ਨਾ ਵੀ ਇਹ ਭਰਨੇ ਕਿੰਨਾ ਚਿਰ ਹੈ, ਕਿਸ਼ਤ ਕਿੰਨੀ ਹੈਗੀ ਹੈ। ਅਸੀਂ ਤਾਂ ਇਹ ਦੇਖਿਆ 65 ਸਾਲ ਤੇ ਸਾਡੇ ਕੋਲ 5 ਲੱਖ ਹੋ ਜਾਊਗਾ। 5 ਲੱਖ ਹੋਊਗਾ, ਜੇ ਕੁਛ ਪਾਵਾਂਗੇ ਤਾਂ 5 ਲੱਖ ਬਣਨਾ, ਇੱਦਾਂ ਤਾਂ ਨਹੀਂ 5 ਲੱਖ ਬਣ ਜਾਣਾ। ਇਹ ਤਾਂ ਨਹੀਂ ਹੈਗਾ ਵੀ ਆਪਾਂ $100 ਪਾਇਆ ਤੇ 5 ਲੱਖ ਬਣ ਗਿਆ। ਪਰ ਉਹ ਚੀਜ਼ਾਂ ਦੀ ਸਾਨੂੰ ਸਮਝਣ ਦੀ ਲੋੜ ਹੈ ਵੀ ਵਾਕਿਆ ਇਹ ਜਿਹੜੀ ਚੀਜ਼ ਹੈਗੀ ਅਸੀਂ ਲੈ ਰਹੇ ਹਾਂ ਉਹ ਕੰਮ ਕਿੱਦਾਂ ਕਰੂਗੀ, ਅਤੇ ਕੰਮ ਕਰੂਗੀ ਉਹਦੀ ਫਿਨਿਸ਼ ਕਿੱਦਾਂ ਹੋਣੀ। ਇਹ ਲਿਖਤੀ ਇਹ ਚੀਜ਼ਾਂ ਆਪਾਂ ਨੂੰ ਜਦੋਂ ਪਾਲਿਸੀ ਲੈਂਦੇ ਹਾਂ ਆਪਾਂ ਨਾਲ ਨੋਟ ਬਣਾ ਲਓ, ਉਹ ਪਤਾ ਵੀ ਆਪਾਂ ਕੁਇਕਲੀ ਜਦੋਂ ਵੀ ਵਰਕਾ ਖੋਲ੍ਹਿਆ ਸਾਲ ਬਾਅਦ 6 ਮਹੀਨੇ ਬਾਅਦ ਪਤਾ ਵੀ ਮੇਰੀ ਪਾਲਿਸੀ ਆਹ ਲਿਖੀ ਹੈ, ਇੱਦਾਂ ਕੰਮ ਕਰਦੀ ਹੈ, ਆਹ ਚੀਜ਼ ਹੈਗੀ ਹੈ ਜੀ। ਅਤੇ ਇੱਕ ਹੋਰ ਦੱਸਿਓ, ਜਿੱਦਾਂ ਤੁਸੀਂ ਦੱਸਿਆ ਇਨਵੈਸਟਮੈਂਟ ਪਲਾਨ ਜਿਹੜੀਆਂ ਹੁੰਦੀਆਂ ਜਾਂ ਸੇਵਿੰਗ ਦੇ ਵਿੱਚ ਕੁਛ ਪੈਸੇ ਪਏ ਆ ਜਾਂ ਕੋਈ ਪੈਸੇ ਆ ਰਹੇ ਆ, ਉਹਨੂੰ ਕਿੱਥੇ ਇਨਵੈਸਟ ਕੀਤਾ ਜਾ ਸਕਦਾ ਵੀ ਉਹਦਾ ਕੁਛ ਵਿਆਜ ਆਉਂਦਾ ਰਹੇ, ਜਾਂ ਕੀ ਉਹਦੇ ਵਿੱਚ ਜਦੋਂ ਅਸੀਂ ਪੈਸੇ ਕਿਸੇ ਪਲਾਨ ਦੇ ਵਿੱਚ ਪਾ ਦਿੰਦੇ ਹਾਂ ਉਹਦੇ ਤੋਂ ਬਾਅਦ ਜੇ ਕਿਤੇ ਲੋੜ ਪੈ ਗਈ ਜੇ ਤਾਂ ਕੱਢੇ ਜਾ ਸਕਦੇ, ਇੱਦਾਂ ਦੀ ਕੋਈ ਗੱਲਬਾਤ ਹੁੰਦੀ? ਹਾਂਜੀ, ਦੇਖੋ ਜੀ, TFS ਅਕਾਊਂਟ ਹੈ, ਟੈਕਸ ਫਰੀ ਸੇਵਿੰਗ ਅਕਾਊਂਟ, ਠੀਕ ਹੈ ਜੀ। ਆਪਾਂ ਉਸ 'ਚ ਪੈਸੇ ਪਾਉਣੇ ਆ, ਅਸੀਂ ਜਦੋਂ ਮਰਜ਼ੀ ਕਢਾ ਸਕਦੇ ਹਾਂ, ਠੀਕ ਹੈ। ਇਹ ਹੈ ਵੀ ਸਾਨੂੰ ਪਤਾ ਵੀ ਅਸੀਂ ਪੈਸੇ ਪਾਉਣੇ, ਟੈਕਸ ਫਰੀ ਸਾਡੀ ਮਨੀ ਗਰੋ ਹੋ ਜਾਂਦੀ ਹੈ। ਉਹ ਅਕਾਊਂਟ ਹੈ ਹੀ ਇਸੇ ਕਰਕੇ ਵੀ ਉਹਨਾਂ ਨੇ ਬਣਾਇਆ ਵੀ ਤੁਸੀਂ ਪੈਸੇ ਪਾਈ ਜਾਓ, ਤੁਹਾਡੀ ਮਨੀ ਟੈਕਸ ਫਰੀ ਗਰੋ ਹੋ ਜਾਂਦੀ। ਜਿਹੜਾ ਵੀ ਟੈਕਸ ਹੈ ਉਸ 'ਤੇ ਗਰੋਥ 'ਤੇ ਆਪਾਂ ਕੋਈ ਪੈਸਾ ਨਹੀਂ ਦੇਣਾ, ਅਸੀਂ ਕਢਾ ਸਕਦੇ ਹਾਂ। ਜਦੋਂ ਰਿਟਾਇਰ ਹੋਵਾਂਗੇ ਆਪਦੇ ਹਿਸਾਬ ਨਾਲ ਕਢਾ ਲਓ, ਪਹਿਲਾਂ ਵੀ ਕਢਾ ਸਕਦੇ ਹਾਂ ਜੀ। ਹੁਣ ਜਿਹੜੇ ਰਜਿਸਟਰਡ ਪਲਾਨ ਵੀ ਆਉਂਦੇ ਨੇ, ਨਾਨ ਰਜਿਸਟਰਡ ਵੀ ਨੇ।
ਰਜਿਸਟਰਡ ਹੈ ਵੀ ਉਹ ਰਜਿਸਟਰਡ ਹੋ ਗਿਆ, ਆਪਾਂ RRSP ਲੈਂਦੇ ਹਾਂ, ਉਹਦੇ ਅੱਗੇ ਸਾਨੂੰ ਡਿਡਕਸ਼ਨ ਮਿਲਦੀ ਹੈ। ਠੀਕ ਹੈ, ਜੇ ਆਪਾਂ ਹੁਣ 5000 ਦੀ RRSP ਕਰਾਈ ਸਰਕਾਰ ਤੋਂ, ਸਾਨੂੰ ਪਤਾ ਵੀ ਸਾਨੂੰ ਡਿਡਕਸ਼ਨ ਵੀ ਮਿਲ ਗਈ, ਪਰ RRSP ਅਸੀਂ ਕਢਾ ਨਹੀਂ ਸਕਦੇ, ਕਢਾਵਾਂਗੇ ਤਾਂ ਸਾਨੂੰ ਟੈਕਸ ਲੱਗੂਗਾ ਕਿਉਂਕਿ ਸਾਡੀ ਇਨਕਮ ਹੋ ਜਾਣੀ ਹੈ। RRSP ਹੈ ਰਿਟਾਇਰਮੈਂਟ ਸੇਵਿੰਗ ਪਲਾਨ, ਰਜਿਸਟਰ ਰਿਟਾਇਰਮੈਂਟ ਸੇਵਿੰਗ ਪਲਾਨ। ਹੁਣ ਅਸੀਂ ਜਦੋਂ ਰਿਟਾਇਰ ਹੋਵਾਂਗੇ ਉਦੋਂ ਸਾਡੀ ਇਨਕਮ ਹੋਰ ਕੋਈ ਨਹੀਂ ਹੈਗੀ, ਅਸੀਂ ਪੈਸੇ ਉਹਦੇ 'ਚ ਵੀ ਪੈਸੇ ਟੈਕਸ ਫਰੀ ਗਰੋ ਹੋ ਜਾਂਦੇ ਨੇ। ਠੀਕ ਹੈ, ਜਿੱਦਾਂ ਟੈਕਸ ਫਰੀ ਸੇਵਿੰਗ ਅਕਾਊਂਟ 'ਚ ਹੈ, ਪਰ ਹਾਂ ਉਹ ਹੁਣ ਰਜਿਸਟਰਡ ਹੋ ਗਏ, ਪਰ ਇਹ ਹੈ ਵੀ ਉਹਦੇ ਅਗੇਂਸਟ ਜੇ ਅਸੀਂ ਲਈ ਸਾਨੂੰ ਕੋਈ ਡਿਡਕਸ਼ਨ ਮਿਲ ਗਈ, ਕੁਛ ਅਸੀਂ ਹੁਣ ਜਿਹੜੀ ਗਰੋਥ ਹੈ ਟੈਕਸ ਨਹੀਂ ਦੇਣਾ, ਪਰ ਜਦੋਂ ਪੈਸੇ ਕਢਾਵਾਂਗੇ ਉਹ ਜਿੰਨੇ ਕਢਾਵਾਂਗੇ ਉਹ ਸਾਰੇ ਦਾ ਸਾਨੂੰ ਟੈਕਸ ਦੇਣਾ ਪੈਣਾ। ਠੀਕ ਹੈ, ਹੁਣ ਅਸੀਂ RRSP ਜਿਹੜਾ ਰਜਿਸਟਰਡ ਹੈ, ਅਸੀਂ ਨੋਨ ਰਜਿਸਟਰਡ ਵੀ ਕਰ ਸਕਦੇ ਹਾਂ। ਐਗਜ਼ਾਮਪਲ ਮੇਰਾ ਕਹਿਣ ਦਾ ਭਾਵ ਹੈ ਵੀ ਹੁਣ ਜੇ ਸਾਡੇ ਕੋਲ ਮੇਰੇ ਕੋਲ $10,000 ਪਿਆ ਆ, ਮੈਂ ਕਿਹਾ 10,000 ਮੈਂ ਹੁਣ ਆਪਦੀ ਫਲੈਕਸੀਬਿਲਿਟੀ ਚਾਹੀਦੀ ਹੈ, ਮੈਂ ਨੋਨ ਰਜਿਸਟਰ 'ਚ ਵੀ ਕਰ ਸਕਦਾ। ਉਹਦੇ 'ਚ ਮੈਂ ਜਦੋਂ ਮਰਜ਼ੀ ਪਾ ਤੇ ਜਿਹੜੀ ਗਰੋਥ ਹੋ ਗਈ ਮੈਂ ਗਰੋਥ 'ਤੇ 50% ਟੈਕਸ ਦੇ ਦੇਣਾ ਹੈ। ਠੀਕ ਹੈ, ਜਦੋਂ ਮਰਜ਼ੀ ਮੈਂ ਕਢਾ ਸਕਦਾ। ਹੁਣ ਜੇ ਵੱਧ ਕੇ 30,000 ਹੋ ਗਿਆ, ਠੀਕ ਹੈ, ਮੈਂ 20,000 ਦੇ ਟੈਕਸ ਦੇ ਦੇਣਾ ਹੈ। ਠੀਕ ਹੈ, ਜਦੋਂ ਮਰਜ਼ੀ ਮੈਂ ਕਢਾ ਲਾਂ, ਜਦੋਂ ਮਰਜ਼ੀ ਉਹ, ਕਿਉਂਕਿ ਮੇਰਾ ਕੰਟਰੋਲ, ਕਿਉਂਕਿ ਨਾ ਹੀ ਮੈਨੂੰ ਡਿਡਕਸ਼ਨ ਮਿਲੀ ਕੋਈ। ਪਰ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ, ਜਦੋਂ ਵੀ ਤੁਸੀਂ ਇਨਵੈਸਟਮੈਂਟ ਕਰਦੇ ਹੋ, ਮੇਕ ਸ਼ੋਰ ਤੁਹਾਨੂੰ ਫੀ ਕੀ ਚਾਰਜ ਕਰ ਰਹੇ ਅੱਗੇ। ਤੁਸੀਂ ਬੈਂਕਾਂ ਕੋਲੇ ਵੀ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਤੁਹਾਡੀ RRSP ਹੈਗੀ ਹੈ, TFS ਅਕਾਊਂਟ ਹੈਗਾ, ਕੁਛ ਵੀ ਹੈਗਾ ਜਾਂ ਤੁਹਾਡੀ ਨਾਨ ਰਜਿਸਟਰਡ ਹੈ, ਔਰ ਤੁਸੀਂ ਆਪਦੇ ਫੀ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਆਪਾਂ ਮਿਊਚੁਅਲ ਫੰਡ 'ਚ ਬਹੁਤ ਪੋਪੂਲਰ ਲੋਕ ਪੈਸੇ ਪਾਉਂਦੇ ਨੇ, ਉਹਨਾਂ ਦੀ ਫੀਸ ਬਹੁਤ ਕਈ ਵਾਰੀ ਹਾਈ ਹੁੰਦੀਆਂ, ਸਾਨੂੰ ਪਤਾ ਨਹੀਂ ਹੁੰਦਾ ਵੀ ਸਹੀ ਤਾਂ ਦੇਖਦੇ ਹਾਂ ਵੀ ਇਹ ਨਾ ਹੋਵੇ ਸਾਡੀ ਜਿਹੜੀ ਗਰੋਥ ਹੈ ਉਹ 2% ਆ ਅਤੇ ਜਿਹੜੀ ਸਾਨੂੰ ਫੀ ਹੈਗੀ ਆ ਉਹ ਵੀ 2% ਆ। ਅਤੇ ਇਹ ਹੈ ਵੀ ਇਹ ਨਾ ਹੋਵੇ ਜਿਹੜਾ ਅੱਗੇ ਸਾਡਾ ਸਲਾਹਕਾਰ ਹੈ ਉਹਦੀ ਗਰੋਥ ਹੋ ਜਾਂਦੀ ਹੈ ਪਰ ਸਾਡੇ ਪੈਸੇ ਤਾਂ ਆਪ ਗਰੋ ਨਹੀਂ ਹੋ ਜਾਂਦੇ। ਇਹ ਵੀ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਫੀਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਫੀਸ ਨੂੰ ਐਡਵਾਈਜ਼ਰ ਨੂੰ ਵੀ ਦੱਸਣਾ ਪੈਣਾ, ਉੱਥੇ ਸਾਈਨ ਹੁੰਦੇ ਨੇ, ਕਿਉਂਕਿ ਕਈ ਵਾਰੀ ਆਪਾਂ ਖਿਆਲ ਨਹੀਂ ਕਰਦੇ, ਪਰ ਆਪਾਂ ਕਹਿੰਦੇ ਵੀ 1% 2% 1% 2% ਐਡਸ ਅਪ ਲੋਟ ਆਫ ਮਨੀ। ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ। ਇੱਕ ਹੋਰ ਦੱਸਿਓ ਇਹਦੇ ਵਿੱਚ ਕਿ ਜਿਹੜਾ ਇਹਨੂੰ ਮਤਲਬ ਆਪਣੀ ਮਰਜ਼ੀ ਦੇ ਅਨੁਸਾਰ ਵੀ ਪ੍ਰੋਡਕਟ ਲਏ ਜਾ ਸਕਦੇ ਆ। ਕਿਸੇ ਨੇ ਜਿਹੜੀ ਇੰਸ਼ੋਰੈਂਸ ਕੋਈ ਬਾਏ ਕਰਨਾ ਹੈ ਵੀ ਉਹ ਮੈਨੂੰ ਦੰਦ ਜਿਹੜੇ ਕਵਰ ਜ਼ਿਆਦਾ ਚਾਹੀਦੇ ਆ, ਐਨਕਾਂ ਮੈਨੂੰ ਇੰਨੀ ਵਾਰ ਚਾਹੀਦੀਆਂ, ਇਹ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਤੁਸੀਂ? ਹਾਂਜੀ, ਆਪਾਂ ਮਰਜ਼ੀ ਦੇ ਇੱਕ ਵਾਰੀ ਆਪਾਂ ਪਿੱਛੇ ਚਲੇ ਜੀ ਥੋੜ੍ਹਾ ਜਿਹਾ RRSP ਆਪਾਂ ਰਜਿਸਟਰ ਦੀ ਗੱਲ। RRSP ਜਿੰਨੀ ਸਾਡੀ ਇਨਕਮ ਹੈ, ਇਨਕਮ ਦੇ ਹਿਸਾਬ ਨਾਲ ਜਿੰਨਾ ਸਾਡਾ ਸਾਲ ਇਨਕਮ ਦੇ ਹਿਸਾਬ ਨਾਲ ਅਸੀਂ ਲੈ ਸਕਦੇ ਹਾਂ। ਠੀਕ ਹੈ ਜੀ। ਹੁਣ TFS ਆ ਉਹਦੇ 'ਤੇ ਵੀ ਕੈਪ ਲੱਗਾ, ਜਿੰਨਾ ਅਸੀਂ ਮੈਕਸਿਮਮ, ਇਹ ਨਹੀਂ ਵੀ ਜਿੰਨੀ ਮਰਜ਼ੀ ਆਪਾਂ RRSP ਲਈ, ਹਾਂ ਜਾਂ ਪਿਛਲਾ ਤੁਹਾਡਾ ਕੰਟਰੀਬਿਊਸ਼ਨ ਰੂਮ ਰਹਿੰਦਾ ਉਹ ਤੁਸੀਂ ਲੈ ਸਕਦੇ ਹੋ। ਨਾਲ ਦੀ ਨਾਲ ਇੱਕ ਹੋਰ ਇਹੋ ਜਿਹੇ ਪ੍ਰੋਡਕਟ ਵੀ ਆਉਂਦੇ ਨੇ ਜਿਹਨਾਂ 'ਚ ਗਰੰਟਿਡ ਆ। ਪਤਾ ਵੀ ਆਪਾਂ ਕਰਾਉਂਦੇ ਕਿਉਂ, ਮਨੀ ਸੇਵ ਕਰਦੇ ਹਾਂ, ਕਿਉਂਕਿ ਸਾਰੀ ਉਮਰ ਅਸੀਂ ਇੱਦਾਂ ਕੰਮ ਨਹੀਂ ਕਰੀ ਜਾਣਾ। ਅਸੀਂ ਐਗਜ਼ਾਮਪਲ ਜੇ ਅਸੀਂ ਪੈਸੇ ਪਾਈ ਜਾਂਦੇ ਹਾਂ ਅਤੇ ਜਦੋਂ ਰਿਟਾਇਰ ਹੋਵਾਂਗੇ ਅਸੀਂ ਆਪਦੇ ਮਹੀਨੇ ਦੇ ਮਹੀਨੇ ਪੈਸੇ ਕਢਾ ਸਕਦੇ ਹਾਂ। ਉਹਨੂੰ ਕਹਿੰਦੇ ਗਰੰਟਿਡ ਇਨਕਮ ਫॉर ਲਾਈਫ। ਉਹਦੇ ਨਾਲ ਹੈ ਵੀ ਜਿੰਨੇ ਅਸੀਂ ਪੈਸੇ ਪਾਤੇ, ਜਿੰਨੀ ਗਰੋਥ ਹੋ ਗਈ, ਉਸ ਤੋਂ ਬਾਅਦ ਸਾਨੂੰ ਪਤਾ ਵੀ ਅਸੀਂ ਜਦੋਂ 65 ਦੇ ਹੋਵਾਂਗੇ ਸਾਨੂੰ 4% ਸਾਰੀ ਉਮਰ ਪੈਸੇ ਮਿਲੀ ਜਾਣੇ ਜਿੰਨੀ ਗਰੋਥ ਹੋ ਗਈ। ਇੱਦਾਂ ਦੇ ਪ੍ਰੋਡਕਟ ਵੀ ਹੈਗੇ ਗਰੰਟਿਡ ਵਾਲੇ। ਕਈਆਂ ਵਾਲੇ ਰਿਸਕ ਜ਼ਿਆਦਾ ਹੁੰਦਾ, ਜਿੱਦਾਂ ਦਾ ਵੀ ਸਾਡਾ ਐਪੀਟਾਈਟ ਹੈਗਾ ਸਾਨੂੰ ਪਤਾ ਹੋਣਾ ਚਾਹੀਦਾ। ਇਹ ਨਾ ਹੋਵੇ ਜਦੋਂ ਸਾਨੂੰ ਪੈਸੇ ਦੀ ਲੋੜ ਹੈ ਤਾਂ ਸਾਡੇ ਪੈਸੇ ਉਦੋਂ ਮਾਰਕੀਟ ਥੱਲੇ ਹੋਵੇ ਜੀ। ਫਿਰ ਆਪਾਂ ਤੁਸੀਂ ਐਨਕਾਂ ਦੀ ਗੱਲ ਕਰਦੇ ਹਾਂ ਜਾਂ ਬਾਕੀ ਚੀਜ਼ਾਂ ਦੀ ਗੱਲ ਕਰਦੇ ਹਾਂ, ਹੈਲਥ ਐਂਡ ਡੈਂਟਲ ਆਪਾਂ ਦੀ ਗਰੁੱਪ ਪਲਾਨ ਦੀ ਗੱਲ ਕਰਦੇ ਹਾਂ, ਬਿਲਕੁਲ ਅਸੀਂ ਆਪਦੀਆਂ ਆਪਸ਼ਨ ਚੂਜ਼ ਕਰ ਸਕਦੇ ਹਾਂ। ਐਨਕਾਂ ਸਾਡੀਆਂ 200 ਹੋਣ, 400 ਹੋਣ, $500 ਦੀਆਂ ਹੋਣ, ਉਸ ਹਿਸਾਬ ਨਾਲ ਅਸੀਂ ਆਪਸ਼ਨ ਚੂਜ਼ ਕਰ ਸਕਦੇ ਹਾਂ ਐਨਕਾਂ ਦੀ। ਜਿਹੜੀਆਂ ਸਾਡੀਆਂ ਵਿਜ਼ਿਟਸ ਨੇ ਕਾਰੋਪ੍ਰੈਕਟਰ ਦੀਆਂ, ਫਿਜ਼ੀਓਥੈਰੇਪੀ ਦੀਆਂ, ਉਹ ਅਸੀਂ ਪਿਕ ਕਰ ਸਕਦੇ ਹਾਂ ਸਾਡੀ ਕਿੰਨੀ ਕਵਰੇਜ ਹੋਵੇ ਜੀ। 250 ਹੋਵੇ, 500 ਹੋਵੇ, 700 ਹੋਵੇ, ਉਹ ਅਸੀਂ ਚੂਜ਼ ਕਰ ਸਕਦੇ ਹਾਂ। ਡੈਂਟਲ ਦੀ ਵੀ ਇੱਦਾਂ ਸਾਡੀ ਕਵਰੇਜ ਹੈਗੀ, ਸਾਡਾ ਮੇਜਰ ਡੈਂਟਲ ਹੋਵੇ ਜਾਂ ਬੇਸਿਕ ਡੈਂਟਲ ਹੋਵੇ ਜੀ। ਕਲੀਨਿੰਗ ਸਾਡੀ ਹੈ 6 ਮਹੀਨੇ ਬਾਅਦ ਹੋਵੇ, ਸਾਲ ਬਾਅਦ ਹੋਵੇ, ਸਾਲ 'ਚ 3 ਵਾਰੀ ਹੋਵੇ, ਅਸੀਂ ਚੂਜ਼ ਕਰ ਸਕਦੇ ਹਾਂ। ਉਸੇ ਹਿਸਾਬ ਨਾਲ ਸਾਡਾ ਰੇਟ ਵੱਜੂਗਾ। ਰੇਟ ਦੇ ਹਿਸਾਬ ਨਾਲ ਸਾਨੂੰ ਇਹ ਵੀ ਸਾਰੀਆਂ ਚੀਜ਼ਾਂ ਉਸੇ ਹਿਸਾਬ, ਕਿਉਂਕਿ ਕਸਟਮ ਚੀਜ਼ਾਂ ਨੇ, ਆਪਾਂ ਉਸੇ ਹਿਸਾਬ ਨਾਲ ਜਿੱਦਾਂ ਦੀਆਂ ਜ਼ਰੂਰਤਾਂ ਨੇ, ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਲੈ ਸਕਦੇ ਹਾਂ। ਇੱਕ ਸਵਾਲ ਸੀਗਾ ਕਿ ਜਿਹੜੇ ਲੋਕ ਇੰਟਰਨੈਸ਼ਨਲ ਟਰੈਵਲਰ ਆ, ਇੱਥੇ ਵਿਜ਼ਿਟਰ ਜਾਂ ਸੁਪਰ ਵੀਜ਼ਾ ਦੇ ਉੱਤੇ ਆਉਂਦੇ ਆ, ਜਿਹੜਾ ਖਾਸ ਕਰ ਵਿਜ਼ਿਟਰ ਆ, ਉਹਨਾਂ ਨੂੰ ਇੰਸ਼ੋਰੈਂਸ ਉਹ ਲੈਣਾ ਚਾਹੀਦਾ ਜਿਹਦੇ ਵਿੱਚ ਡਿਡਕਟੇਬਲ ਦੇਣਾ ਪਵੇ ਵੀ ਤੁਸੀਂ ਇੱਕ ਵਾਰੀ ਜਾਂਦੇ ਆ ਤੁਹਾਨੂੰ $100-500 ਦੇਣਾ ਪਵੇ ਅਤੇ ਬਾਕੀ ਸਾਰਾ ਫਾਇਦਾ ਹੋ ਜਾਵੇ, ਜਾਂ ਉਹਦੇ 'ਚ ਫਾਇਦਾ ਹੁੰਦਾ ਕਿ ਤੁਸੀਂ ਕੁਛ ਵੀ ਨਹੀਂ ਦੇਣਾ, ਸਾਰਾ ਹੀ ਤੁਹਾਡਾ ਕਵਰ ਆ ਅਤੇ ਉਹ ਮਹਿੰਗਾ ਹੁੰਦਾ। ਇਹਦਾ ਕੀ ਹਿਸਾਬ ਹੁੰਦਾ? ਹਾਂਜੀ ਦੇਖੋ ਜੀ, ਡਿਡਕਟੇਬਲ ਜਦੋਂ ਹੈਗਾ, ਪਹਿਲੀ ਗੱਲ ਤਾਂ ਮੈਂ ਕਹਿੰਦਾ ਕਵਰੇਜ ਸਹੀ ਹੋਣੀ ਚਾਹੀਦੀ, ਦੱਸ ਕੇ ਉਹਨਾਂ ਦੀ ਸਿਹਤ। ਠੀਕ ਹੈ, ਇਹ ਨਾ ਵੀ ਇਕੱਲਾ ਆਪਾਂ ਰੇਟ ਦੇਖੀਏ, ਡਿਡਕਟੇਬਲ ਦੇਖੀਏ। ਹਾਂ, ਡਿਡਕਟੇਬਲ ਦਾ ਇਹ ਹੁੰਦਾ ਮਤਲਬ ਜੀ, ਜਦੋਂ ਡਿਡਕਟੇਬਲ ਰੱਖਦੇ ਹਾਂ ਇਹਦਾ ਮਤਲਬ ਜਦੋਂ ਕੋਈ ਕਲੇਮ ਆ ਗਿਆ ਉਨੀ ਮਨੀ ਉਹਨਾਂ ਨੇ ਡਿਡਕਟ ਕਰਨੀ ਹੈ।
ਅਸੀਂ ਸਾਨੂੰ ਦੇਣੇ ਪੈਣੇ ਨੇ। ਅਸੀਂ $250 ਡਿਡਕਟੇਬਲ ਰੱਖਿਆ ਜਾਂ 500 ਰੱਖਿਆ, ਸਾਨੂੰ 10% ਆਫ ਮਿਲ ਗਿਆ ਪ੍ਰਾਈਸ ਤੋਂ, ਕਿਉਂਕਿ ਅਸੀਂ ਡਿਡਕਟੇਬਲ ਰੱਖ ਲਿਆ। ਪਰ ਉਹਦਾ ਇਹ ਹੋ ਗਿਆ ਵੀ ਜਿੰਨੀ ਵਾਰੀ ਅਸੀਂ ਕਲੇਮ ਲਵਾਂਗੇ, ਜੇ ਕਲੇਮ ਹੋ ਗਿਆ ਉਹ ਸਾਨੂੰ 500 ਜਾਂ $250 ਜੇਬ 'ਚੋਂ ਦੇਣਾ ਪੈਣਾ ਹੈ ਹਰ ਵਾਰੀ। ਠੀਕ ਹੈ ਜੀ, ਹਰ ਵਾਰੀ ਜਿੰਨੇ ਵਾਰੀ ਵੀ ਕਲੇਮ ਹੋਊਗਾ। ਪਰ ਕਈ ਵਾਰੀ ਇੱਦਾਂ ਹੁੰਦਾ ਵੀ ਆਪਾਂ ਨੂੰ ਇਹ ਚੀਜ਼ਾਂ ਦੇਖ ਕੇ ਡਿਡਕਟੇਬਲ ਨਾਲ ਅਸੀਂ ਇੱਕ ਵਾਰੀ ਪਾਲਿਸੀ 10% ਦਾ ਸੇਵ ਕਰ ਲਿਆ ਜਾਂ 15% ਸੇਵ ਕਰ ਲਿਆ, ਪਰ ਇਹ ਨਾ ਹੋਵੇ ਵੀ ਉਹ ਸਾਨੂੰ ਉਹ ਚੀਜ਼ ਮਹਿੰਗੀ ਪੈ ਜਾਵੇ ਬਾਅਦ ਦੇ ਵਿੱਚ। ਵੀ ਸਾਨੂੰ ਇਹ ਦੇਖਣਾ ਫਾਇਦਾ ਕਿੰਨਾ। ਜੇ ਸਾਲ ਦੀ ਕਵਰੇਜ ਫਿਰ ਤਾਂ ਸਾਨੂੰ ਪਤਾ ਵੀ ਜੋ $200, $300, $400 ਦਾ ਫਾਇਦਾ ਹੁੰਦਾ ਪ੍ਰੀਮੀਅਮ 'ਚ, ਠੀਕ ਹੈ। ਜੇ ਸਾਨੂੰ ਹੈ ਹੀ ਮਹੀਨੇ ਦੀ ਜਾਂ 4 ਮਹੀਨਿਆਂ ਦਾ ਡਿਡਕਟੇਬਲ ਅਸੀਂ ਰੱਖ ਲਿਆ, ਉਹ ਤਾਂ ਜਿੰਨੇ ਦੀ ਪਾਲਿਸੀ ਨੇ ਉਸ ਤੋਂ ਬਾਅਦ ਡਿਡਕਟੇਬਲ ਹੋ ਗਿਆ। ਇਹ ਚੀਜ਼ਾਂ ਖਿਆਲ ਰੱਖਣ ਦੀ ਜ਼ਰੂਰਤ ਹੈ ਜੀ। ਤੇ ਆਖਰ ਦੇ ਵਿੱਚ ਕੋਈ ਸੁਨੇਹਾ ਸਾਡੇ ਦਰਸ਼ਕਾਂ ਦੇ ਲਈ, ਕੋਈ ਗੱਲਬਾਤ ਤੁਸੀਂ ਚਾਹੋ ਜੀ? ਹਾਂਜੀ, ਆਖਰ 'ਚ ਇਹ ਵੀ ਇੰਸ਼ੋਰੈਂਸ ਦਾ ਅਸੀਂ ਓਲਾ ਹੀ ਚੱਕਤਾ ਜੀ, ਬਿਲਕੁਲ ਕੋਈ ਨਾ ਹੀ ਅਸੀਂ ਫੋਨ ਉਹ ਤੋਂ ਬਾਅਦ, ਜੇ ਸਾਨੂੰ ਕੋਈ ਫੋਨ ਕਰਦਾ ਨਾ ਹੀ ਅਸੀਂ ਉਹ ਤੋਂ ਬਾਅਦ ਫੋਨ ਕਰਦੇ ਹਾਂ ਜਾਂ ਤੰਗ ਕਰਦੇ ਹਾਂ ਫੋਨ ਕਰ ਕਰਕੇ ਸਾਡੇ ਤੋਂ ਪਾਲਿਸੀ ਕਰਾਓ। ਬਿਲਕੁਲ ਸਾਡਾ ਵੀ ਜੇ ਜਿੰਨੀ ਕੁ ਸਾਨੂੰ ਰੱਬ ਨੇ ਮੱਤ ਬਖਸ਼ੀ ਹੈ, ਜਿੰਨੀ ਕੁ ਤੁਹਾਨੂੰ ਇਹ ਇਨਫੋਰਮੇਸ਼ਨ ਦੇ ਸਕਦੇ ਹਾਂ ਆਪਦੇ ਕੰਮ ਦੇ ਹਿਸਾਬ ਨਾਲ, ਨੌਲੇਜ ਦੇ ਹਿਸਾਬ ਨਾਲ, ਇੱਦੋਂ ਵਧੀਆ ਚੀਜ਼ ਕੋਈ ਵੀ ਹੈਗੀ ਹੈ। ਨਾ ਤੁਹਾਨੂੰ ਪ੍ਰਾਈਸ ਕਿਤੇ ਮਿਲੂਗੀ ਕੈਨੇਡਾ 'ਚ, ਨਾ ਹੀ ਤੁਹਾਨੂੰ ਜਿਹੜੀ ਚੀਜ਼ ਤੁਹਾਡੀ ਢੁੱਕਵੀਂ ਤੁਹਾਡੇ ਹਿਸਾਬ ਨਾਲ ਉਹੀ ਹੋਊਗੀ। ਇਸੇ ਚੀਜ਼ ਦਾ ਸਾਨੂੰ ਮਾਣ ਹੈ। ਇਸੇ ਚੀਜ਼ ਦਾ ਇਹ ਨਹੀਂ ਵੀ ਅਸੀਂ ਕੋਈ ਚੀਜ਼ ਵੇਚਣੀ ਹੈ। ਜਿੰਨੀ ਇਨਫੋਰਮੇਸ਼ਨ ਹੋ ਸਕਦੀ ਅਸੀਂ ਸ਼ੇਅਰ ਕਰਦੇ ਹਾਂ। ਲੋਕ ਸਾਡੇ ਸ਼ੋਅ ਦੇਖ ਕੇ ਨਵੇਂ ਐਡਵਾਈਜ਼ਰ ਵੀ ਬਣਦੇ ਨੇ, ਸਿੱਖਦੇ ਨੇ, ਉਹ ਵੀ ਸਾਨੂੰ ਮਾਣ ਆ। ਕਿਉਂਕਿ ਇਹ ਵੀ ਜਿੰਨੀ ਕੁ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਕਲਾਇੰਟ ਦਾ ਹੀ ਫਾਇਦਾ ਹੁੰਦਾ ਕਿਤੇ ਜਾ ਕੇ। ਇਸ ਕਰਕੇ ਕੋਈ ਵੀ ਕੁਐਸਚਨ ਹੈ ਹਮੇਸ਼ਾ ਹਾਜ਼ਰ ਹੈ। BC ਅਲਬਰਟਾ ਦੇ ਵਿੱਚ 604 828 7213 ਸਾਡਾ ਫ਼ੋਨ ਨੰਬਰ ਹੈ। ਸਾਡੀ ਵੈਬਸਾਈਟ ਹੈਗੀ ਥਿੰਕ ਇੰਸ਼ੋਰੈਂਸ, ਜਾਂ ਸਾਡਾ ਫੇਸਬੁੱਕ ਹੈ ਥਿੰਕ ਇੰਸ਼ੋਰੈਂਸ, ਜਾਂ ਤੁਸੀਂ ਗੂਗਲ 'ਤੇ ਜਾ ਕੇ ਸਾਡੇ ਰਿਵਿਊਜ਼ ਚੈੱਕ ਕਰ ਸਕਦੇ ਹੋ। ਸਾਡਾ ਲੋਕੇਸ਼ਨ ਚੈੱਕ ਕਰਦੇ, ਸਾਡੀਆਂ 4 ਲੋਕੇਸ਼ਨਸ ਨੇ, ਇੱਕ ਸਰੀਚ, ਐਬਰਟਸਫੋਰਡ ਅਤੇ ਕੈਲਗਰੀ ਤੇ ਐਡਮੰਟਨ ਦੇ ਵਿੱਚ। ਧੰਨਵਾਦ ਸੋਤਾ ਸਾਹਿਬ ਤੁਹਾਡੇ ਆਉਣ ਦਾ ਜੀ। ਥੈਂਕ ਯੂ ਸੋ ਮਚ ਫॉर ਵਾਚਿੰਗ ਦ ਸ਼ੋ। ਆਉਣ ਵਾਲੇ ਸਮੇਂ 'ਚ ਫਿਰ ਆਪਾਂ ਨਵੇਂ ਜਿਹੜੇ ਵੀ ਕੁਐਸਚਨ ਆਉਣਗੇ ਉਹਨੂੰ ਸ਼ੇਅਰ ਕਰਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਦੋਸਤੋ, ਪਰਮਿੰਦਰ ਸਿੰਘ ਥਿੰਦ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ। ਥੱਲੇ ਫ਼ੋਨ ਨੰਬਰ ਆ ਰਿਹਾ, WhatsApp ਵੀ ਇਹਨਾਂ ਦੇ ਇਹਦੇ ਉੱਤੇ ਹੈਗਾ। ਜੇ ਕੋਈ ਬਾਹਰੋਂ ਸ਼ੋਅ ਦੇਖ ਰਿਹਾ ਉਹ ਇਹਨਾਂ ਨੂੰ ਕਾਲ ਕਰ ਸਕਦੇ ਹੋ। ਕੋਈ ਵੀ ਇਨਫੋਰਮੇਸ਼ਨ ਇੰਸ਼ੋਰੈਂਸ ਸੰਬੰਧੀ ਹੈਗੀ ਆ, ਤੁਸੀਂ ਇਹਨਾਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਗੱਲਬਾਤ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।